स्वागत है। अभिषेक बहल जिन्हें भी मेरे दर्शक जुड़े ने उन्होंने स्वागत करता है और ਅੱਜ ਦੀ ਵੱਡੀ ਡਿਬੇਟ ਜਿਹੜੀ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਉਹ ਬੜੀ ਹੀ ਅਹਿਮ ਮੁੱਦਾ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿੱਦਾਂ ਭੁਚਾਲ ਆਇਆ ਹੋਇਆ ਸਭ ਨੂੰ ਪਤਾ ਹੈ ਸਭ ਦੇਖ ਰਹੇ ਨੇ ਇਸ ਸਮੇਂ ਸਭ ਦੀਆਂ ਨਿਗਾਹਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੀ ਰਾਜਨੀਤੀ ਤੇ ਨੇ ਪੰਜਾਬ ਦੀ ਕਾਂਗਰਸ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੈ ਉਹਦੀ ਜਿਹੜਾ ਅੰਦਰਲਾ ਲੜਾਈ ਹੈ ਉਹ ਖਤਮ ਹੋਣ ਦਾ ਜਿਹੜਾ ਹੈ ਨਾਮ ਨਹੀਂ ਲੈ ਰਹੀ। अगर गल करिए अंदरूनी लड़ाई के कारण किते ना किते इस समय जी कांग्रेस है वो चर्चा का पूरे पंजाब दे विच विषय बनी हुई है। पूरे देश भर जी है निगाहां जिहड़ियां टीवी ते टिकियां हुई ने कि पंजाब दे विच जदों कैप्टन सरकार ने जदों अस्तीफा दिता तो लोगों ने सोचा सीगा कि जिहड़ा इन्हां दा अंदरला गृह क्लेश है खत्म हो चुका है और किते ना किते हुण जिहड़ी नवीं सियासत छिड़ गई जिहदे विच नवजोत सिद्धू ने सीधा सरकार नूं दोषी ठहराते हुए कहा कि सरकार ने ਜਿਹੜੇ ਪੁਰਾਣੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਤੇ ਉਹਨੂੰ ਲੈ ਕੇ ਅੱਜ ਜਿਹਦਾ ਕਿ ਲਗਾਤਾਰ ਸਭ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਨੇ ਵੀ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹਨਾਂ ਦੇ ਨਾਲ ਕਈ ਆਗੂ ਸੀ ਰਜਾ ਹੰਗਾਨਾ ਸੀ ਪ੍ਰਗਟ ਸਿੰਘ ਸੀਗੇ ਉਹਨਾਂ ਨੇ ਵੀ ਆਪਣਾ ਅਸਤੀਫਾ ਜਿਹੜਾ ਹੈਗਾ ਹਾਈ ਕਮਾਂਡ ਤੱਕ ਭੇਜ ਦਿੱਤਾ। ਹਾਲਾਂਕਿ ਉਹ ਅਸਤੀਫਾ ਜੇ ਕਬੂਲ ਨਹੀਂ ਹੋਇਆ ਲੇਕਿਨ ਚਰਚਾਵਾਂ ਬਹੁਤ ਨੇ ਇਹਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਕ ਵੱਡਾ ਪੈਨਲ ਜੁੜ ਚੁੱਕਾ ਹੈ। ਰਜਿੰਦਰ ਭੰਡਾਰੀ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਪਹਿਲਾਂ ਰਹੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਸਾਡੇ ਨਾਲ ਜਗਦੀਪ ਜੀ ਹੈਗੇ ਨੇ ਅਕਾਲੀ ਦਲ ਤੋਂ ਪਰਮਵੀਰ ਜੀ ਸਾਡੇ ਨਾਲ ਨੇ ਸਿਮੀ ਪ੍ਰਸ਼ਾਂਤ ਜੀ ਹੈਗੇ ਨੇ ਸਾਡੇ ਨਾਲ ਕਾਂਗਰਸ ਤੋਂ। ਸਭ ਤੋਂ ਵੱਡਾ ਪਹਿਲਾ ਜਿਹੜਾ ਸਵਾਲ ਹੈ ਸਿਮੀ ਪ੍ਰਸ਼ਾਂਤ ਜੀ ਕੋਲ ਹੀ ਹੈ। ਸਿਮੀ ਪ੍ਰਸ਼ਾਂਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਕਿ ਲਗਾਤਾਰ ਪੰਜਾਬ ਦੀ ਸਿਆਸਤ ਜਿਹੜੀ ਹੈ ਇਸ ਸਮੇਂ ਕਿਤੇ ਨਾ ਕਿਤੇ ਗਹਿਰਾ ਸੰਕਟ ਜਿਹੜਾ ਉਹਦੇ ਪੂਰੀ ਤਰ੍ਹਾਂ ਛਾਇਆ ਪਿਆ ਹੈ ਤੁਸੀਂ ਕੀ ਮੰਨ ਕੇ ਚੱਲਦੇ ਹੋ ਕਿ ਤੁਹਾਡੀ ਇਹ ਗ੍ਰਹਿ ਕਲੇਸ਼ ਜਿਹੜਾ ਚੱਲਦਾ ਪਿਆ ਇਹ ਕਦੋਂ ਖਤਮ ਹੋਏਗਾ ਔਰ ਆਪਣੇ ਤੁਹਾਡੇ ਮੁੱਦੇ ਜਿਹੜੇ ਹੈਗੇ ਨੇ ਉਹ ਹਜੇ ਖਤਮ ਨਹੀਂ ਹੋ ਰਹੇ ਤੇ ਲੋਕਾਂ ਦੇ ਮੁੱਦੇ ਕਿੱਦਾਂ ਸੁਲਝਾ ਪਾਓਗੇ ਜੀ ਸਿਮੀ ਜੀ। नमस्कार अभिषेक जी, ਤੁਹਾਡਾ ਸਵਾਲ ਹੈ ਕਿ ਸਾਡਾ ਗ੍ਰਹਿ ਕਲੇਸ਼ ਹੈ ਇਹ ਮੈਂ ਸਮਝਦੀ ਹਾਂ ਕਿ ਠੀਕ ਹੈ ਪਾਰਟੀ ਦੇ ਵਿੱਚ ਇੰਟਰਨਲ ਗੱਲਬਾਤ ਚੱਲ ਰਹੀ ਹੈਗੀ ਹੈ ਲੇਕਿਨ ਇਹ ਜਿਹੜਾ ਸਾਰਾ ਮੁੱਦਾ ਚੱਲ ਰਿਹਾ ਹੈ ਇਹ ਸਾਰਾ ਸਾਡੀ ਜਨਤਾ ਦੇ ਵਾਸਤੇ ਸਾਡੇ ਲੋਕਾਂ ਦੇ ਵਾਸਤੇ ਸਾਡੀ ਪੰਜਾਬ ਸਟੇਟ ਦੇ ਵਾਸਤੇ ਉਹਦੇ ਉੱਪਰ ਹੀ ਮੰਥਨ ਚੱਲ ਰਿਹਾ ਹੈ। ਉਹਦੇ ਵਾਸਤੇ ਹੀ ਅਗਰ ਅੱਜ ਅਸੀਂ ਨਵਜੋਤ ਸਿੱਧੂ ਜੀ ਦੀ ਗੱਲ ਕਰਦੇ ਹੈਗੇ ਆ ਤੇ ਉਹਨਾਂ ਨੇ ਜਿਹੜਾ ਸਟੈਂਡ ਲਿਆ ਹੋਇਆ ਉਹਨਾਂ ਦਾ ਸਟੈਂਡ ਆਪਣੀ ਜਗ੍ਹਾ ਤੇ ਉਹਨਾਂ ਦੇ ਆਪਣੇ ਐਂਡ ਤੇ ਉਹਨਾਂ ਦੇ ਆਪਣੇ ਵਿਚਾਰਾਂ ਦੇ ਨਾਲ ਠੀਕ ਹੈਗਾ। ਉਹ ਕਹਿ ਰਹੇ ਨੇ ਕਿ ਵੀ ਜਿਹੜੇ ਦਾਗੀ ਮੰਤਰੀ ਆ ਉਹਨਾਂ ਨੂੰ ਨਹੀਂ ਲਿਆ ਜਾਣਾ ਚਾਹੀਦਾ ਸੀਗਾ ਜਾਂ ਜਿਹੜੇ ਜਿਨ੍ਹਾਂ ਨੇ ਵੀ ਬੇਅਦਬੀ ਦੇ ਮਾਮਲੇ ਦੇ ਵਿੱਚ ਕੁਝ ਵੀ ਪਾਰਟਿਸਿਪੇਟ ਕੀਤਾ ਹੋਇਆ ਔਰ ਬੇਅਦਬੀ ਦੇ ਮਾਮਲੇ ਨੂੰ ਸੁਲਝਾਇਆ ਨਹੀਂ ਗਿਆ ਉਸ ਵਕਤ ਦੇ ਵਿੱਚ ਤੇ ਉਹਨਾਂ ਨੂੰ ਆਪਾਂ ਨੂੰ ਵੱਡੀਆਂ ਜਿਹੜੀਆਂ ਪੋਸਟਾਂ ਜਿਹੜੀਆਂ ਹੈਗੀਆਂ ਵਾ ਸਰਕਾਰ ਦੇ ਵਿੱਚ ਉਹਨਾਂ ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈਗਾ। ਇਹੀ ਮੁੱਦੇ ਦੇ ਉੱਤੇ ਸਾਡੇ ਆਪਸ ਦੇ ਵਿੱਚ ਇੰਟਰਨਲ ਜਿਹੜਾ ਮੰਥਨ ਚੱਲ ਰਿਹਾ ਹੈਗਾ ਵਾ ਇਹਨੂੰ ਤੁਸੀਂ ਗ੍ਰਹਿ ਕਲੇਸ਼ ਕਹਿ ਲਓ ਜਾਂ ਤੁਸੀਂ ਕੁਝ ਹੋਰ ਨਾਮ ਦੇ ਲਓ। ਇਹ ਤਾਂ ਦੇਖੋ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਹੁਣ ਕੁਛ ਨਾ ਕੁਛ ਤਾਂ ਬੋਲਣਾ ਹੀ ਹੈ ਉਹਨਾਂ ਨੇ ਕਰਨਾ ਹੀ ਹੈ। ਰਹੀ ਗੱਲ ਜਿਹੜੀ ਜਨਤਾ ਦੇ ਵਾਸਤੇ ਕੰਮ ਕਰਨ ਦੀ ਉਹ ਕੰਮ ਕਰ ਰਹੇ ਹੈਗੇ ਆ। ਤੁਸੀਂ ਹੁਣੀ ਚੰਨੀ ਸਾਹਿਬ ਸਾਡੇ ਪੰਜਾਬ ਜਿਹੜੇ ਹੈਗੇ ਆ ਬੋਲ ਰਹੇ ਸੀਗੇ ਤੁਸੀਂ ਸਾਡੇ ਸੀਐਮ ਸਾਹਿਬ ਜਿਹੜੇ ਚਰਨਜੀਤ ਸਿੰਘ ਚੰਨੀ ਜੀ ਹੁਣੇ ਬੋਲ ਰਹੇ ਸੀਗੇ ਉਹਨਾਂ ਨੇ ਅੱਜ ਜਿਹੜਾ ਬਿਜਲੀ ਦੇ ਬਿੱਲਾਂ ਦਾ 2 ਕਿਲੋਵਾਟ ਤੱਕ ਦੇ ਜਿਹੜੇ ਬਿੱਲ ਹੈਗੇ ਆ ਔਰ ਜੋ ਕਨੈਕਸ਼ਨ ਕੱਟੇ ਜਾ ਚੁੱਕੇ ਆ ਉਹਨਾਂ ਨੂੰ ਬਹਾਲ ਕਰਨ ਦੀ ਜਿਹੜੀ ਗੱਲ ਕੀਤੀ ਇਹ ਸਾਰੇ ਮੁੱਦੇ ਜਿਹੜੇ ਹੈਗੇ ਜਨਤਾ ਦੇ ਹੀ ਹੈ ਪੰਜਾਬ ਦੇ ਵਾਸਤੇ ਪੰਜਾਬ ਵਾਸੀਆਂ ਦੇ ਕੰਮ ਹੋ ਰਹੇ ਹੈ। ਇਹ ਕਿਸੇ ਦੇ ਪਾਰਟੀ ਦੇ ਪਰਸਨਲ ਜਾਂ ਆਪਣੇ ਕੰਮ ਨਹੀਂ ਕਰ ਪਾ ਰਹੇ ਕੰਮ ਕਿਉਂ ਨਹੀਂ ਕਰ ਪਾ ਰਹੇ? ਤੁਹਾਡੇ ਸਾਹਮਣੇ ਕੈਬਨਿਟ ਮੀਟਿੰਗ ਹੁਣੇ ਹੋਈ ਹੈਗੀ ਹੈ ਕੈਬਨਿਟ ਦੂਜੇ ਦਿਨ ਨਾਰਾਜ਼ ਹੋ ਜਾਂਦੇ ਨੇ ਸਿੱਧੂ ਜੀ ਦੂਜੇ ਦਿਨ ਨਾਰਾਜ਼ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੋ ਜਾਂਦੀਆਂ ਨੇ। ਕਦੀ ਹਰੀਸ਼ ਰਾਵਤ ਜੀ ਆਉਂਦੇ ਨੇ ਕਦੀ ਹਰੀਸ਼ ਚੌਧਰੀ ਜੀ ਆਉਂਦੇ ਨੇ ਉਹਨਾਂ ਨੂੰ ਮਨਾਉਣ ਵਾਸਤੇ ਬੜਾ ਹੀ ਵੱਡਾ ਇੱਕ ਸਵਾਲ ਹੈ। ਉਸ ਤੋਂ ਬਾਅਦ ਹੁਣ ਆਪਾਂ ਰਜਿੰਦਰ ਭੰਡਾਰੀ ਜੀ ਕੋਲ ਵੀ ਚੱਲਦੇ ਆ ਕਿਉਂਕਿ ਇਹਨਾਂ ਦੀ ਪਾਰਟੀ ਦੇ ਨਾਲ ਵੀ ਜੁੜੇ ਰਹੇ ਨੇ ਸਿੱਧੂ ਸਾਹਿਬ ਜੀ ਤੁਹਾਡੀ ਪਾਰਟੀ 'ਚ ਰਹੇ ਸੀ ਸਰ ਸਿੱਧੂ ਸਾਹਿਬ ਕੀ ਜਿਹੜੀ ਪਾਰਟੀ ਜਾਂਦੇ ਆ ਉੱਥੇ ਕਲੇਸ਼ ਸ਼ੁਰੂ ਹੋ ਜਾਂਦਾ? देखो अभिषेक जी साडी पार्टी और कांग्रेस का कोई कंपैरिजन नहीं है। साडी पार्टी दे विच तां एक चाह बेचण वाला प्राइम मिनिस्टर बना देंगे एक साधारण व्यक्ति पंजाब ऑल इंडिया का प्रेसिडेंट बन जाता है। मक्खी नहीं हिलदी हवा नहीं हिलदी इस ढंग नाल स्मूथ सब कुछ फैसले होंगे और सिद्धू ने आके उत्थे
ਥੋੜੀਆਂ ਬਹੁਤੀਆਂ ਏਦਾਂ ਦੀਆਂ ਗੱਲਾਂ ਕੀਤੀਆਂ ਸੀ ਜਾਂ ਸ਼ਕਲ ਜਿਹੀ ਦਿਖਾਈ ਸੀ, ਉਹਨੂੰ ਰਸਤਾ ਦਿਖਾਤਾ ਬਾਹਰਲਾ। ਮੁੱਕਦੀ ਗੱਲ ਇਹ ਹੈ ਕਿ ਅੱਜ ਦੀ ਜੋ ਸਥਿਤੀ ਹੈ ਉੱਤੇ ਆਪਾਂ ਡਿਸਕਸ ਕਰੀਏ। ਕਾਂਗਰਸ ਹਾਈ ਕਮਾਂਡ ਦਾ ਪਤਨ ਹੋ ਚੁੱਕਾ ਹੈ। ਉਹਨਾਂ ਦੀ ਕੋਈ ਮੋਰਲ ਅਥਾਰਟੀ ਨਹੀਂ, ਉਹਨੂੰ ਕੋਈ ਸਮਝਦਾ ਨਹੀਂ। ਉਹ ਪਾਰਟੀ ਸਿਰਫ ਮਾਂ ਪੁੱਤ ਧੀ ਦੀ ਪਾਰਟੀ ਰਹਿ ਗਈ ਹੈ, ਜਿਹੜਾ ਮਰਜ਼ੀ ਉੱਠੇ ਉਂਗਲ ਕਰ ਦੇਵੇ। ਇਹਨੂੰ ਨਾ ਦੇਖੋ, ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ, ਮੈਂ ਉਸ ਲਈ ਇੱਕ ਸ਼ੇਰ ਪੜ੍ਹਿਆ ਸੀ ਤੁਹਾਡੇ ਚੈਨਲ ਤੇ, ਉਹ ਦੁਬਾਰਾ ਪੜੂੰਗਾ ਕਿਉਂਕਿ ਜਰਾ याद कराना पिछोकड़ कि इब्तिदाए इश्क में रोता है क्या, आगे आगे देख होता है क्या। देखो ये सिद्धू है, ये पता कि आकाश की कोई सीमा नहीं, पृथ्वी का कोई तोल नहीं, साधु की कोई जात नहीं। जे मोदी जी बैठे हैं तो मोदी जी का मोल नहीं, जे सोनिया जी बैठे हैं सोनिया जी का मोल नहीं, जे आशाराम जी बैठे आशाराम जी का कोई मोल नहीं, जे राधे माँ बैठी है राधे माँ का। क्या बात है, क्या बात। सिद्धू क्या जी इस व्यक्ति की स्टेटमेंट का की मोल? ਉਹ ਯਾਰ ਐਕਚੁਅਲੀ ਨਾ ਕਾਂਗਰਸ ਡੁੱਬਦੀ ਨਹੀਂ ਹੈ, ਉਹਨਾਂ ਨੂੰ ਇਸ ਵੇਲੇ ਤਿਨਕੇ ਦਾ ਸਹਾਰਾ ਲੱਭਦੇ ਆ, ਉਹਨੂੰ ਜਿਹੜਾ ਮਿਲਦਾ ਉਹਨੂੰ ਫੜੀ ਜਾਂਦੇ ਸੀ। ਇੱਕ ਗੱਲ ਮੈਂ ਕਹੀ ਸੀ ਚੈਨਲ ਤੇ, ਅੱਜ ਤੁਹਾਡੇ ਤੇ ਵੀ ਕਹਿ, ਮੈਂ ਕੱਲ ਹੀ ਕਹੀ ਸੀ, ਸਿੱਧੂ ਪਸਮਾ ਸੁਣਦਾ, ਪਸਮਾ ਸੁਣ। ਇਹ ਸਭ ਜਿਹਨੇ ਵਰਦਾਨ ਦਿੱਤਾ ਉਹਨੂੰ ਪ੍ਰਧਾਨ ਬਣਾਇਆ, ਉਹਨਾਂ ਦੇ ਸਿਰ ਤੇ ਵੀ ਕਰਕੇ ਉਹਨਾਂ ਨੂੰ ਨਾ ਪੂਰੀ ਤਰ੍ਹਾਂ ਸਵਾਹ ਕਰਕੇ ਜਾਊਗਾ। ਔਰ ਇੱਕ ਨਾ ਇਹਦਾ ਗਾਣਾ ਹੈਗਾ ਆਪਣੇ ਕੀ ਨਾਮ ਸੀਗਾ, ਮਾਨਕ ਜੀ ਦਾ, ਉਹਦਾ ਇੱਕ ਮੁਖੜਾ ਹੈ, ਗੋਲੀ ਮਾਰੋ ਐਸੇ ਬਨੋਟੀ ਯਾਰ, ਮੁਖੜਾ ਹੈ। ਮੈਂ ਕਹਿੰਦਾ ਉਹ ਯਾਰ ਬਨੋਟੀ ਗੱਲਾਂ ਕਰਦਾ, ਉਹ ਬਈ ਕੈਪਟਨ ਨੂੰ ਕੱਢਤਾ ਉਹਨਾਂ ਨੇ, ਹਾਈ ਕਮਾਂਡ ਕਹਿੰਦਾ ਠੀਕ ਹੈ ਮਹਾਰਾਜ ਤੁਸੀਂ ਸਾਂਭੋ ਪੰਜਾਬ ਨੂੰ, ਕੈਪਟਨ ਨੂੰ ਕੱਢਤਾ। ਹੁਣ ਚੰਨੀ ਜੀ ਨੂੰ ਲਾਤਾ, ਹੁਣ ਮੈਂ ਚੱਲਿਆ ਜੀ। ਉਹ ਜਨਾਬ ਆਪਾਂ ਚਾਹੁੰਦੇ ਕੀ ਹੈ, ਤੁਸੀਂ ਆਪਣੀ ਪਾਰਟੀ ਦਾ ਜੋ ਸਵਾਹ ਕਰਨਾ ਕਰੀ ਜਾਓ, ਤੁਸੀਂ ਪੰਜਾਬ ਦੀ ਸ਼ਾਂਤੀ ਭਾਈਚਾਰਾ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਕੇ ਨਾ ਡਿਸਟਰਬ ਕਰੋ, ਜਿਹਨੂੰ ਬੜੀਆਂ ਕੁਰਬਾਨੀਆਂ ਨੇ ਪੰਜਾਬੀਆਂ ਨੇ ਦੁਆਰਾ ਲਿਆਂਦਾ ਹੈਗਾ। ਦੂਜੀ ਗੱਲ ਕਰੂੰਗਾ, ਮੈਂ ਜ਼ਿਆਦਾ ਸਮੇਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਤੁਹਾਡਾ ਬਾਕੀ ਲੋਕਾਂ ਨੂੰ ਵੀ ਸਮੇਂ ਦੇਣਾ ਹੈਗਾ। ਅੱਜ ਬਹੁਤ ਇਹ ਕਹਿ ਰਹੇ ਸੀ ਇੰਟਰਨਲ ਮੈਟਰ ਹੈ, ਮੈਂ ਇੰਟਰਨਲ ਮੈਟਰ ਤੇ ਤੁਹਾਨੂੰ ਦੱਸ ਦਵਾਂ, ਆਪਣੇ ਤਿਵਾੜੀ ਜੀ ਦਾ ਕੀ ਬਿਆਨ ਹੈ। उन्होंने कहा कि जिनको दी गई थी जिम्मेवारी उन्हें पंजाब की समझ ही नहीं थी। ये मुनीष तिवाड़ी जी कहते इंटरनल मैटर है ना। सो ਹੁਣ ਮੈਂ ਜ਼ਿਆਦਾ ਸਮਝ ਨਹੀਂ ਲੈਂਦਾ ਕਿਉਂਕਿ ਬਿਲਕੁਲ ਸਨੀ ਜੀ ਕੋ ਵੀ ਚਲਦੇ हैं। सनी जी परमवीर जी ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਕਿ ਲਗਾਤਾਰ ਉਹ ਕਹਿ ਰਹੇ ਨੇ ਕਿ ਮਤਲਬ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਜਾਂ ਫਿਰ ਡਰੱਗਸ ਮਾਮਲੇ ਨੂੰ ਲੈ ਕੇ ਗੱਲ ਕਰਦੇ ਨੇ ਜਾਂ ਫਿਰ ਡੀਜੀਪੀ ਨੂੰ ਆਪਣੇ ਘੇਰੇ 'ਚ ਲੈਂਦੇ ਨੇ। ਸਿੱਧੂ ਸਾਹਿਬ ਬੜਾ ਬੋਲ ਰਹੇ ਨੇ, ਅੱਜ ਉਹਨਾਂ ਦਾ ਬਿਆਨ ਵੀ ਆਇਆ, ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਗੱਲਾਂ ਵੀ ਚਰਚਾ ਵੀ ਸ਼ੇਅਰ ਕੀਤੀ ਹੈ। ਤੇ ਤੁਸੀਂ ਕੀ ਮੰਨ ਕੇ ਚੱਲਦੇ ਹੋ ਕਿ ਲਗਾਤਾਰ ਸਿੱਧੂ ਸਾਹਿਬ ਜਿਹੜੀ ਪਾਰਟੀ ਜਾਂਦੇ ਆ ਉਹ ਗੁੰਮਰਾਹ ਕਰਦੇ ਉਹਨਾਂ ਨੂੰ ਜਾਂ ਫਿਰ ਉਹਨਾਂ ਦੀ ਇੱਕ ਸਟ੍ਰੈਟਜੀ ਹੈਗੀ ਹੈ ਕਿ ਉਹਨਾਂ ਨੇ ਇਹੀ ਚੀਜ਼ ਅਪਣਾਣੀ ਹੈ? ਦੇਖੋ ਜੀ, ਤੁਸੀਂ ਪਹਿਲਾਂ ਵੀ ਬੜਾ ਵਾਰੀ ਇਹ ਡਿਸਕਸ ਹੋ ਚੁੱਕਿਆ ਵੀ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਇੱਕ ਡਰਾਮੇਬਾਜ਼ ਬੰਦਾ ਹੈ। ਇਹਦਾ ਜਿਹੜਾ ਦੋਗਲਾ ਚਿਹਰਾ ਹੈ ਉਹ ਪਹਿਲਾਂ ਵੀ ਲੋਕਾਂ ਦੇ ਸਾਹਮਣੇ, ਅੱਜ ਖੁੱਲ ਕੇ ਲੋਕਾਂ ਦੇ ਸਾਹਮਣੇ ਆ ਗਿਆ। ਚਾਹੇ ਉਹ ਬੀਜੇਪੀ ਹੋਵੇ, ਜੇ ਬੀਜੇਪੀ ਨੇ ਗੱਲ ਨਹੀਂ ਮੰਨੀ ਤਾਂ ਬੀਜੇਪੀ ਲੋਕ ਵਿਰੋਧੀ, ਜੇ ਅਕਾਲੀ ਦਲ ਨੇ ਇਹਨਾਂ ਦੀ ਕੋਈ ਗੱਲ ਨਹੀਂ ਮੰਨੀ ਅਕਾਲੀ ਦਲ ਲੋਕ ਵਿਰੋਧੀ, ਕੈਪਟਨ ਨੇ ਗੱਲ ਨਹੀਂ ਮੰਨੀ ਉਹ ਲੋਕ ਵਿਰੋਧੀ। ਤੇ ਚੰਨੀ ਜਿਨ੍ਹਾਂ ਨੂੰ 2 ਦਿਨ ਪਹਿਲਾਂ ਇਹ ਆਪ ਸਾਰੇ ਸ਼ਹਿਰ ਦੇ ਵਿੱਚ ਢੋਲ ਪਿੱਟਦੇ ਸੀ ਵੀ ਇੱਕ ਆਮ ਪਰਿਵਾਰ ਤੋਂ ਅਸੀਂ ਇੱਕ ਸੀਐਮ ਬਣਾਇਆ ਜਿਹੜਾ ਆਮ ਲੋਕਾਂ ਨਾਲ ਜੁੜਿਆ, ਅੱਜ ਉਹ ਵੀ ਮਾੜਾ ਹੋ ਗਿਆ। ਇਹਨਾਂ ਨੂੰ ਤਾਂ ਸਿਰਫ ਉਹੀ ਚੀਜ਼ ਚਾਹੀਦੀ ਹੈ ਜੋ ਇਹਨਾਂ ਦੇ ਮਨ ਨੂੰ ਹੈ। 10 ਦਿਨ ਰੁਕ ਜਾਓ, ਉਹ ਵੀ ਦਿਨ ਦੂਰ ਨਹੀਂ ਵੀ ਜੇ ਇਹਨਾਂ ਦੀਆਂ ਕਈਆਂ ਗੱਲਾਂ ਨਾ ਮੰਨੀਆਂ ਗਈਆਂ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵੀ 10 ਦਿਨਾਂ ਬਾਅਦ ਲੋਕ ਵਿਰੋਧੀ ਹੋਣਗੇ ਕਿਉਂਕਿ ਉਹਨਾਂ ਦਾ ਮੇਨ ਮਕਸਦ ਹੈ ਕੁਰਸੀ ਦੀ ਲੜਾਈ ਚੱਲ ਰਹੀ ਹੈ। ਸਵੇਰੇ ਤੁਸੀਂ ਇਹਨਾਂ ਨੂੰ ਸੀਐਮ ਬਣਾ ਦਿਓ, ਸਾਰੇ ਚੰਗੇ ਹੋ ਜਾਣਗੇ, ਸਾਰਾ ਕੁਝ ਚੰਗਾ ਹੋ ਜਾਏਗਾ। ਤੁਸੀਂ ਜਿਹੜੀ ਇੰਟਰਨਲ ਦੀ ਪੋਲਿਟਿਕਸ ਦੀ ਗੱਲ ਕਰਕੇ ਹਟੇ ਆ ਕਾਂਗਰਸ ਦੇ ਪ੍ਰਵਕਤਾ, ਇੰਟਰਨਲ ਪੋਲਿਟਿਕਸ ਕਾਂਗਰਸ ਦੀ ਹਾਈ ਕਮਾਂਡ ਵੀ ਸਮਝ ਚੁੱਕੀ ਹੈ। ਤੁਸੀਂ ਸਵੇਰ ਦੇ ਬਿਆਨ ਦੇਖੋ, ਮਨੀਸ਼ ਤਿਵਾੜੀ, ਸੁਨੀਲ ਜਾਖੜ,
ਕੈਪਟਨ ਅਮਰਿੰਦਰ ਸਿੰਘ, ਪਰਮਿੰਦਰ ਸਿੰਘ ਪਿੰਕੀ, ਰਵਨੀਤ ਬਿੱਟੂ MP ਜਿਹੜੇ ਨੇ, ਅਲਕਾ ਲਾਂਬਾ ਸੀਨੀਅਰ ਲੀਡਰ ਹੈ। ਅਲਕਾ ਲਾਂਬਾ ਨੇ ਤਾਂ ਇੱਥੇ ਤੱਕ ਕਹਿਤਾ ਵੀ ਇਹ ਜਿਹੜੀ ਡਰਾਮੇਬਾਜ਼ੀ ਹੁਣ ਬੰਦ ਕਰਨ, ਕਪਿਲ ਸ਼ਰਮਾ ਸ਼ੋਅ ਦੇ ਵਿੱਚ ਜਾ ਕੇ ਆਪਣਾ ਕੰਮ ਦੁਬਾਰਾ ਤੋਂ ਸ਼ੁਰੂ ਕਰਨ, ਕਾਂਗਰਸ ਨੂੰ ਇਹਨਾਂ ਦੀ ਲੋੜ ਨਹੀਂ ਹੈ। ਜਾਣੇ ਕਿ ਹੁਣ ਕਾਂਗਰਸ ਦੇ ਜਿਹੜੇ ਹਾਈ ਕਮਾਂਡ ਦੇ ਲੀਡਰ ਚੁੱਕੇ ਆ ਵੀ ਇਸ ਨਵਜੋਤ ਸਿੱਧੂ ਇੱਕ ਬਲੈਕਮੇਲਰ ਹੈ, ਲੋਕ ਭਲਾਈ ਦੇ ਮੁੱਦਿਆਂ ਦੇ ਵਿੱਚ ਇਹਦਾ ਕੋਈ ਮਕਸਦ ਨਹੀਂ ਹੈ। ਤੁਸੀਂ ਇੱਕ ਗੱਲ ਸਿੱਧੂ ਸਾਹਿਬ ਨੂੰ ਪੁੱਛ ਲਓ ਵੀ 15 ਸਾਲ 20 ਸਾਲ ਉਹਨਾਂ ਦੀ ਧਰਮ ਪਤਨੀ ਨੂੰ ਪੋਲਿਟਿਕਸ 'ਚ ਹੋ ਗਏ, ਅੱਜ ਤੱਕ ਉਹਨਾਂ ਨੇ ਕਿਹੜਾ ਲੋਕ ਭਲਾਈ ਦਾ ਮੁੱਦਾ ਆਪ ਕੀਤਾ? ਉਹਨਾਂ ਨੇ ਕੋਈ ਲੋਕ ਭਲਾਈ ਦਾ ਮੁੱਦਾ ਨਹੀਂ ਕੀਤਾ। ਸਿਰਫ ਕਿੱਸਾ ਕੁਰਸੀ ਦਾ ਹੈ, ਕੁਰਸੀ ਦੇ ਦਿਓ ਤੇ ਸਭ ਚੰਗਾ, ਕੁਰਸੀ ਨਾ ਦਿਓ। ਜਿੱਥੇ ਤੱਕ ਤੁਸੀਂ CM ਦੀ ਗੱਲ ਕਰ ਰਹੇ ਹੋ, ਇਹਨੂੰ ਇੱਕ ਇਹੋ ਜਿਹਾ CM ਚਾਹੀਦਾ ਸੀ ਜਿਹੜਾ ਰਬੜ ਸਟੈਂਪ ਹੋਵੇ, ਜਿਹੜਾ ਨਵਜੋਤ ਸਿੱਧੂ ਦੇ ਇਸ਼ਾਰਿਆਂ ਤੇ ਕੰਮ ਕਰੇ। ਦੇਖੋ ਇਹ ਬਾਰ-ਬਾਰ ਹੁਣ ਅਸੀਂ ਜਗਦੀਪ ਜੀ ਕੋਲ ਵੀ ਚੱਲਦੇ ਹਾਂ। ਜਗਦੀਪ ਜੀ, ਤੁਸੀਂ ਕੀ ਸੋਚਦੇ ਹੋ? ਚਰਚਾਵਾਂ ਬਹੁਤ ਨੇ ਕਿ ਲਗਾਤਾਰ ਚਰਚਾ ਆ ਰਹੀ ਹੈ ਲੋਕਾਂ ਦੇ ਵਿੱਚ, ਸਾਨੂੰ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਹੁਣ ਨਵਜੋਤ ਸਿੱਧੂ ਜੀ ਇੱਥੋਂ ਕਿਤੇ ਨਾ ਕਿਤੇ ਆਪਣਾ ਗ੍ਰਹਿ ਕਲੇਸ਼ ਕਰਕੇ ਤੁਹਾਡੀ ਪਾਰਟੀ 'ਚ ਆਉਣ ਦੀ ਸੋਚ ਰਹੇ ਨੇ। ਤੁਸੀਂ ਕੀ ਮੰਨ ਕੇ ਚੱਲਦੇ ਹੋ ਜਗਦੀਪ ਜੀ? ਗੱਲ ਆ ਜੀ, ਸਿੱਧੂ ਸਾਹਿਬ ਦੀ ਪੋਜੀਸ਼ਨ ਇਹ ਹੈ, ਅੱਗ ਲਾਈ ਡੱਬੂ ਕੰਧ ਤੇ। ਇਹ ਜਿਹੜੀ ਪਾਰਟੀ 'ਚ ਵੀ ਗਏ ਨੇ, ਉਸ ਪਾਰਟੀ ਦੇ ਵਿੱਚ ਇਹਨਾਂ ਨੇ ਸਵਾਏ ਖਲਾਰਾ ਪਾਉਣ ਤੋਂ ਹੋਰ ਕੋਈ ਕੰਮ ਨਹੀਂ ਕੀਤਾ। ਜਿੱਦਾਂ ਮੈਂ ਵੀ ਸਵੇਰ ਦੇ ਕਈ ਅਖਬਾਰ ਪੜ੍ਹੇ, ਅਖਬਾਰਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਬਿਆਨ ਪੜ੍ਹੇ, ਲੇਕਿਨ ਇੱਕ ਬਿਆਨ ਮੇਰੇ ਬਹੁਤ, ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਫਿੱਟ ਆਇਆ, ਵੀ ਸਿੱਧੂ ਸਾਹਿਬ ਤੁਹਾਡਾ ਇੱਥੇ ਕੁਝ ਨਹੀਂ ਬਣਨਾ, ਤੁਸੀਂ ਜਾ ਕੇ ਕਪਲ ਸ਼ੋਅ ਦੇ ਵਿੱਚ ਬੈਠੋ, ਉੱਥੇ ਕੋਈ ਹਾਸੇ ਵਾਲੀ ਗੱਲ ਹੋਵੇ ਨਾ ਹੋਵੇ, ਚੁੱਪ ਕਰਕੇ ਤਾੜੀ ਮਾਰ ਕੇ ਹੱਸ ਕੇ ਸਾਰਤਾ। ਚੰਨੀ ਜੀ ਨੇ ਕੀ ਮਾੜਾ ਕੀਤਾ? ਮੈਂ ਤੁਹਾਡੇ ਜਰੀਏ ਤਾਂ ਮੈਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਚੰਨੀ ਸਾਹਿਬ ਨੂੰ ਇਹਨਾਂ ਨੇ ਬਤੌਰ ਮੁੱਖ ਮੰਤਰੀ ਬਣਾਇਆ, ਉਹ ਸਿਰਫ ਤੇ ਸਿਰਫ ਇੰਨਾ ਉਹਨਾਂ ਨੂੰ ਬੈਨੀਫਿਟ ਮਿਲ ਜੂਗਾ, ਜਿੱਦਣ ਸਰਕਾਰ ਟੁੱਟਦੀ ਆ ਉਹ ex-CM ਲਿਖ ਲੈਣਗੇ। ਇਸ ਤੋਂ ਇਲਾਵਾ ਚੰਨੀ ਸਾਹਿਬ ਨੂੰ ਨਾ ਇਹਨਾਂ ਨੇ ਕੰਮ ਕਰਨ ਦੇਣਾ। ਇਹਨਾਂ ਨੇ ਹੁਣ ਤੱਕ ਕਿਸੇ ਨੂੰ ਕੰਮ ਕਰਨ ਦਿੱਤਾ ਹੀ ਨਹੀਂ। ਜੇ ਪਹਿਲਾਂ ਕੈਪਟਨ ਸਾਹਿਬ ਸੀਗੇ, ਉਹ ਆਪਦਾ 4.5 ਸਾਲ ਮਹਿਲਾਂ 'ਚ ਬਹਿ ਕੇ ਗੁਜ਼ਾਰ ਕੇ ਆਰਾਮ ਨਾਲ ਚਲੇ ਗਏ। ਉਹਨਾਂ ਦੀ ਖਾਤਰ ਬਹੁਤ ਕੁਛ ਬੋਲਿਆ ਗਿਆ, ਉਹ ਲਫ਼ਜ਼ ਬੋਲੇ ਗਏ ਜਿਹੜੇ ਕਿ ਨਹੀਂ ਦੱਸੇ ਜਾ ਸਕਦੇ। ਫਿਰ ਸਿੱਧੂ ਸਾਹਿਬ ਦੀ ਤਾਂ ਇੱਕ ਪਾਲਿਸੀ ਹੈ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ। ਪਹਿਲਾਂ BJP ਜੁਆਇਨ ਕੀਤੀ, BJP ਦੇ ਵਿੱਚ ਜਾ ਕੇ ਕੀ ਕੀਤਾ? ਜੋ ਮੋਦੀ ਸਾਹਿਬ ਦਾ ਗੁਣਗਾਨ ਸਿੱਧੂ ਸਾਹਿਬ ਨੇ ਕੀਤਾ, ਅੱਜ ਤੱਕ ਕਿਸੇ ਤੋਂ ਨਾ ਹੋਇਆ ਨਾ ਹੋਣਾ। ਉੱਥੇ ਬੈਠੇ ਕਾਂਗਰਸ ਨੂੰ ਇਹ ਗੱਲ ਕਹੀ ਗਈ, ਮੁੰਨੀ ਬਦਨਾਮ ਹੋਈ। ਲੇਕਿਨ ਜਦੋਂ ਉੱਥੇ ਇਹਨਾਂ ਦੀ ਦਾਲ ਨਹੀਂ ਗਲੀ, ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਿਆ, ਛਾਲ ਮਾਰ ਕੇ ਕਾਂਗਰਸ ਦੇ ਵਿੱਚ ਆ ਗਏ। ਕਾਂਗਰਸ ਦੇ ਵਿੱਚ ਉੱਥੇ ਹੀ ਆਏ ਜਿੱਥੇ ਜਿਨ੍ਹਾਂ ਨੂੰ ਕਹਿੰਦੇ ਸੀ ਮੁੰਨੀ ਬਦਨਾਮ ਹੋਈ। ਲੇਕਿਨ ਅੱਜ ਕਾਂਗਰਸ ਨੂੰ ਵੀ ਇਹ ਛੱਡ ਕੇ ਪਾਸੇ ਹੋਣ ਦੀ ਤਿਆਰੀ ਕਰੀ ਬੈਠੇ ਆ। ਗਾਹਾਂ ਕਿੱਧਰ ਨੂੰ ਜਾਣਗੇ? ਅਕਾਲੀ BJP ਸਰਕਾਰ ਵੇਲੇ ਇਹਨਾਂ ਦਾ ਇੱਕੋ ਹੀ ਦੋਸ਼ ਸੀ ਵੀ ਮੈਨੂੰ ਬਾਦਲ ਸਾਹਿਬ ਕੋਈ ਕੰਮ ਕਰ ਨਹੀਂ ਦਿੰਦੇ, ਮੈਨੂੰ ਬਾਦਲ ਸਾਹਿਬ ਨੇ ਗੁੱਠੇ ਲਾਇਆ ਹੋਇਆ। ਹੁਣ ਕਾਂਗਰਸ ਦੇ ਵਿੱਚ ਤਾਂ ਕੋਈ ਬੰਦਾ ਹੀ ਹੈ ਨਹੀਂ ਸੀ ਜਿਹਨੂੰ ਆਪਾਂ ਇਹ ਐਲੀਗੇਸ਼ਨ ਦੇ ਸਕੀਏ ਵੀ ਸਿੱਧੂ ਸਾਹਿਬ ਕਹਿਣ ਵੀ ਮੈਨੂੰ ਇਹਨਾਂ ਨੇ ਕੰਮ ਨਹੀਂ ਕਰਨ ਦਿੱਤਾ, ਮੈਨੂੰ ਗੁੱਠੇ ਲਾਇਆ ਹੋਇਆ। ਇਹ ਤਾਂ ਇਹ ਭਾਲਦੇ ਸੀ, ਇਹ ਮੇਰਾ ਛੋਟਾ ਵੀਰ ਸੰਨੀ ਕਹਿੰਦਾ ਹੈ ਬਈ ਇਹ ਰਬਰਿੰਗ ਸਟੈਂਪ ਭਾਲਦੇ ਸੀ। ਨਹੀਂ ਸਨੀ, ਇਹ ਰਬਰਿੰਗ ਸਟੈਂਪ ਨਹੀਂ ਭਾਲਦੇ ਸੀ, ਇਹ ਆਪ ਕੁਰਸੀ ਦੇ ਇੱਛਕ ਸੀ। ਇਹ ਚਾਹੁੰਦਾ ਸੀ ਵੀ ਮੈਨੂੰ CM ਦੀ ਕੁਰਸੀ ਦਾ ਤਾਜ ਬਣਾ ਕੇ ਦਿੱਤਾ ਜਾਵੇ। ਮੈਂ ਵੀ ਆਪ ਦੇ ਮਗਰ ਇਹ ਲਾਲਮਾ ex-CM, ਕਿਉਂਕਿ ਕੰਮ ਨਹੀਂ ਇਹਨੇ ਕਰਨਾ। ਜਿਹੜਾ ਬੰਦਾ ਡਰਾਮੇਬਾਜ਼ ਹੋਵੇ ਉਹ ਕਦੇ ਕੰਮ ਨਹੀਂ ਕਰੂਗਾ। ਜਿਸ ਬੰਦੇ ਨੂੰ ਬਿਨਾਂ ਕਿਸੇ ਗੱਲ ਤੋਂ ਹਾਸਾ ਆਉਂਦਾ ਹੋਵੇ ਉਹ ਕੰਮ ਨਹੀਂ ਕਰਦਾ। ਉਹ ਸਿਰਫ ਤੇ ਸਿਰਫ ਇੱਕੋ ਗੱਲ ਜਾਣਦਾ, ਠੋਕੋ ਤਾਲੀ। ਫਿਰ ਇਹਨਾਂ ਨੇ ਇਹ ਗੱਲ ਕਹੀ ਵੀ ਮੈਂ ਇੱਟ ਨਾ ਇੱਟ ਵਜਾ ਦੂੰਗਾ। ਬਾਹਰ ਕਿਸੇ ਦੀ ਕੋਈ ਇੱਟ ਨਾ ਇੱਟ ਨਹੀਂ ਵੱਜੀ ਭਾਈ, ਇੱਟ ਨਾ ਇੱਟ ਖੜਕਾਈ ਇਹਨਾਂ ਨੇ ਕਾਂਗਰਸ ਦੇ ਵਿੱਚ। ਕਾਂਗਰਸ ਦੀ ਬੇੜੀਆਂ ਦੇ ਵਿੱਚ ਐਡੇ ਐਡੇ ਮੋਰੇ ਕਰਤੇ ਵੀ ਉਹਨਾਂ ਨੂੰ ਡੁੱਬਣ ਦਾ ਹੁਣ ਕੋਈ ਬਹੁਤਾ ਟਾਈਮ ਨਹੀਂ ਲੱਗਣਾ। ਉਹ ਨੱਕੋ ਨੱਕ ਭਰ ਗਈਆਂ ਨੇ। ਕਿਸੇ ਵਕਤ ਵੀ ਸੁਨੇਹਾ ਆ ਜਾਊਗਾ
ਵੀ ਕਾਂਗਰਸ ਦੀ ਬੇੜੀ ਪੰਜਾਬ ਚੋਂ ਵੀ ਡੁੱਬ ਗਈ ਹੈ। ਉਹਨੂੰ ਡੁੱਬਣ ਵਾਸਤੇ ਸਿੱਧੂ ਸਾਹਿਬ ਦਾ ਸਾਰਿਆਂ ਨੂੰ ਵੱਡਾ ਹੱਥ ਹੋਊਗਾ। ਕੈਪਟਨ ਸਾਹਿਬ ਬੈਠੇ ਬਿਲਕੁਲ ਸੀ, ਸਿੰਮੀ ਨਹੀਂ ਕੰਮ ਸਿੰਮੀ ਕਰਦੇ। ਜੀ, ਤੁਹਾਡੀ ਪਾਰਟੀ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਔਰ ਪਾਰਟੀ ਦਾ ਅਕਸ਼ ਵੀ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਹੈਗਾ ਉਹ ਖਰਾਬ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਤੇ ਤੁਹਾਡੇ ਜਿਹੜੇ ਮਸਲੇ ਹੈ ਉਹ ਕਦ ਹੱਲ ਹੋਣਗੇ? ਕਿਉਂਕਿ ਦੇਖੋ ਹੁਣ ਤਾਂ ਵਿਰੋਧੀ ਪਾਰਟੀਆਂ ਵੀ ਕਹਿਣ ਲੱਗ ਗਈਆਂ ਕਿ ਉਹਨਾਂ ਨੂੰ ਕੁਰਸੀ ਦੀ ਲਾਲਸਾ ਹੈਗੀ ਹੈ, ਤੇ ਤੁਸੀਂ ਕੀ ਮੰਨ ਕੇ ਚੱਲਦੇ ਹੋ? ਕੁਰਸੀ ਦੇ ਭੁੱਖੇ ਨੇ ਔਰ ਕਈ ਤਾਂ ਕਹਿ ਰਹੇ ਨੇ ਡਰਾਮੇਬਾਜ਼ ਨੇ, ਕੋਈ ਉਹਨਾਂ ਨੂੰ ਭਸਮਾਸੁਰ ਕਹਿ ਰਿਹਾ ਹੈ। ਤੇ ਤੁਸੀਂ ਕੀ ਮੰਨ ਕੇ ਚੱਲਦੇ ਹੋ ਕਿ ਉਹ ਹੈ ਕੀ ਨੇ ਸਿੱਧੂ ਜੀ, ਸਿੰਮੀ ਜੀ? ਦੇਖੋ ਅਭਿਸ਼ੇਕ ਜੀ, ਮੈਂ ਬੜੇ ਸਾਫ਼ ਸ਼ਬਦਾਂ 'ਚ ਤੁਹਾਨੂੰ ਕਹਿ ਰਹੀ ਹੈਗੀ ਹਾਂ ਕਿ ਅੱਜ ਵਿਰੋਧੀ ਪਾਰਟੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਹੈ ਔਰ ਇਹ ਬੋਲ ਰਹੇ ਨੇ। ਸਿੰਮੀ ਜੀ ਦਿੱਤਾ ਕਿਹਨੇ? ਲੇਕਿਨ ਇਹ ਜਿਹੜਾ ਮਸਲਾ ਚੱਲ ਰਿਹਾ ਹੈ, ਨਵਜੋਤ ਸਿੱਧੂ ਜੀ ਵੀ ਜੇ ਅਗਰ ਅੱਜ ਬੋਲੇ ਨੇ ਜਾਂ ਪਾਰਟੀ ਦੇ ਵਿੱਚ ਕੋਈ ਅਗਰ ਪ੍ਰੋਬਲਮ ਚੱਲ ਰਹੀ ਹੈਗੀ ਹੈ ਤੇ ਉਹ ਕੋਈ ਉਹਨਾਂ ਦਾ ਪਰਸਨਲ ਮਾਮਲਾ ਨਹੀਂ ਹੈ, ਉਹ ਪੰਜਾਬ ਦੀ ਜਨਤਾ ਦੇ ਵਾਸਤੇ ਹੀ ਲੜਾਈ ਕਰ ਰਹੇ ਨੇ ਔਰ ਪੰਜਾਬ ਦੀ ਜਨਤਾ ਸਿੰਮੀ ਦੇ ਜੀ, ਵਾਸਤੇ ਮੈਂ ਹੀ ਉਹ ਇੱਕ ਬੋਲ ਇੱਥੇ ਇੱਕ ਮੈਂ ਛੋਟੀ ਗੱਲ ਟੋਕੂਗਾ। ਇੱਕ ਮਿੰਟ ਤੁਸੀਂ ਸਾਰੇ ਬੋਲੋ, ਮੈਂ ਇੱਕ ਵਾਰੀ ਵਿੱਚ ਨਹੀਂ ਬੋਲੀ, ਪਲੀਜ਼ ਮੇਰੀ ਗੱਲ ਦੇ ਵਿੱਚ ਨਹੀਂ ਬੋਲੋ, ਪਲੀਜ਼। ਇੱਕ ਮੇਰੀ ਛੋਟੀ ਜਿਹੀ ਬੇਨਤੀ, ਮੈਂ ਗੱਲ ਮੇਰੀ ਗੱਲ ਟੋਕੂਗਾ। ਦੇ ਵਿੱਚ ਨਹੀਂ ਬੋਲੋ, ਸੁਣੋ। ਤੁਸੀਂ ਪੂਰਾ ਸੁਣੋ, ਟਾਈਮ ਬੋਲੋ, ਮੈਂ ਵਿੱਚ ਬਿਲਕੁਲ ਇੰਟਰਫੇਅਰ ਨਹੀਂ ਸੁਣੋ ਜੀ, ਕਰਾਂਗਾ। ਸੁਣੋ, please ਸੁਣੋ। ਮੈਨੂੰ ਗੱਲ ਕਰਨ ਦਿਓ। ਇਹ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰੋ, ਚੈਨਲ ਦੇ ਉੱਪਰ ਬੈਠ ਕੇ ਔਰ ਪਾਰਟੀ ਦੀ ਬਦਨਾਮੀ ਕਰੋ ਔਰ ਅਸੀਂ ਚੁੱਪਚਾਪ ਸੁਣੀਏ ਤੁਹਾਡੀਆਂ ਗੱਲਾਂ। ਬਿਲਕੁਲ ਅਸੀਂ ਗਲਤ ਗੱਲ ਕਰ ਰਹੇ ਹੋ। ਇਸ ਕਾਂਗਰਸ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਆ। ਮੈਂ ਇੱਕ ਗੱਲ ਇਹ ਜ਼ਰੂਰ ਕਹੂੰਗਾ, ਅਸੀਂ ਅੱਜ ਤੱਕ ਮੈਂ ਪਾਰਟੀ ਦੀ ਗੱਲ ਨਹੀਂ ਕੀਤੀ, ਮੈਂ ਸਿਰਫ ਤੇ ਸਿਰਫ ਸਿੱਧੂ ਦੀ ਗੱਲ ਕੀਤੀ ਹੈ। ਕਿਉਂਕਿ ਸਿੱਧੂ ਨੇ ਬੇੜਾ ਗਰਕ ਕਰਤਾ ਪਾਰਟੀ ਦਾ। ਉਹ ਪਾਰਟੀ ਕਿਹੜੀ ਕਿ ਲੋਕਾਂ ਨੇ ਆਪਣੇ ਖੂਨ ਨਾਲ ਸੀਗੀ ਸੀ। ਅਭਿਸ਼ੇਕ ਜੀ, ਫਿਰ ਤੁਸੀਂ ਕਾਂਗਰਸ ਪਾਰਟੀ ਨੂੰ ਡਿਬੇਟ ਦੇ ਵਿੱਚ ਬੁਲਾਇਆ ਹੀ ਨਾ ਕਰੋ, ਨਹੀਂ। ਇਹਨਾਂ ਨੂੰ ਬੁਲਾ ਕੇ ਸਾਰਾ ਜਨਤਾ ਨੂੰ ਗੁੰਮਰਾਹ ਕਰਵਾਇਆ ਕਰੋ। ਜਨਤਾ ਨਹੀਂ ਗੁੰਮਰਾਹ ਹੁੰਦੀ, ਅਸੀਂ ਸਿਰਫ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਅਸੀਂ ਕਾਂਗਰਸ ਦੇ ਖਿਲਾਫ ਨਹੀਂ। ਜਗਦੀਪ ਜੀ, I don't admit this। ਬਿਲਕੁਲ ਗਲਤ ਗੱਲ ਹੈ। ਜਦ ਮੈਂ ਬੋਲ ਰਹੀ ਹਾਂ ਤੇ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਵਿੱਚ ਬੋਲਣ ਦਾ। ਬੋਲੋ ਬੋਲੋ ਸਿੰਮੀ ਜੀ, ਬੋਲੋ। ਨਹੀਂ, ਇਤਨਾ ਜ਼ਿਆਦਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਜੇ ਅਗਰ ਅੱਜ ਸਿੱਧੂ ਸਾਹਿਬ ਨੇ ਸਵਾਲ ਉਠਾਇਆ ਤੇ ਉਹਨਾਂ ਨੇ ਪੰਜਾਬ ਦੀ ਜਨਤਾ ਦੇ ਹੱਕ ਦੇ ਵਿੱਚ ਉਠਾਇਆ। ਬੇਅਦਬੀ ਦੇ ਮਾਮਲੇ ਦੇ ਵਿੱਚ ਜੇ ਅਗਰ ਕੋਈ ਆਫੀਸਰਸ ਇਨਵੋਲਵ ਸੀਗੇ ਔਰ ਉਹਨਾਂ ਨੂੰ ਆਫੀਸਰ ਲਗਾਇਆ ਗਿਆ ਤੇ ਸਾਡੀ ਪਾਰਟੀ ਦੇ ਆਪਣੇ ਪ੍ਰਧਾਨ ਨੇ ਅੱਜ ਉਸ ਨੂੰ ਸਵਾਲ ਨੂੰ ਉਠਾਇਆ। ਵਿਰੋਧੀ ਪਾਰਟੀਆਂ ਨੂੰ ਜ਼ਰੂਰਤ ਨਹੀਂ ਪਈ ਉਸ ਸਵਾਲ ਨੂੰ ਉਠਾਉਣ ਦੀ ਔਰ ਇਹ ਬਿਲਕੁਲ ਠੀਕ ਹੈਗਾ। ਜੇ ਅਗਰ ਜੋ ਉਹਨਾਂ ਨੂੰ ਲੱਗਦਾ ਹੈ, ਉਹਨਾਂ ਨੇ ਫੀਲ ਕੀਤਾ, ਉਹਨਾਂ ਨੂੰ ਮਹਿਸੂਸ ਹੋ ਰਿਹਾ, ਉਹ ਆਪਣੇ ਅਸੂਲਾਂ ਦੇ ਉੱਤੇ ਚੱਲ ਰਿਹਾ, ਆਪਣੇ ਅਸੂਲਾਂ ਦੀ ਗੱਲ ਕਰ ਰਿਹਾ ਤੇ ਵਿਰੋਧੀ ਪਾਰਟੀਆਂ ਦੇ ਕਿਉਂ ਪੇਟ 'ਚ ਦਰਦ ਹੋ ਰਹੀ ਹੈ। ਚਲੋ ਭੰਡਾਰੀ ਜੀ, ਇੱਕ ਮਿੰਟ ਦੂਸਰੀ ਗੱਲ, ਦਾਗੀ ਮੰਤਰੀਆਂ ਦੇ ਉੱਪਰ ਆਪਾਂ ਗੱਲ ਕਰਦੇ ਹੈਗੇ ਆ। ਦਾਗੀ ਮੰਤਰੀ ਦੇ ਉੱਪਰ ਕੋਈ ਐਲੀਗੇਸ਼ਨ ਆਇਆ ਹੈਗਾ, ਜਵਾਬ ਲੈ ਇੱਕੋ ਹੀ ਡਿਮਾਂਡ ਹੈ ਕਿ ਦਾਗੀ ਮੰਤਰੀ ਸੰਨੀ ਜੀ ਆਪਣੇ ਟਾਈਮ 'ਚ ਬੋਲ ਲਈਓ। ਮਨੀਸ਼ ਤਿਵਾੜੀ ਜੀ, सुनील जाखड़ जी, कैप्टन अमरिंदर सिंह, परमिंदर पिंकी, रवनीत कि हम अपनी समस्याएं लेके किसके पास जाएं। इन लोगों ने सरकार को एक तमाशा बना दिया है। अब आम आदमी पार्टी ही पंजाब को एक स्थिर सरकार दे सकती है, अच्छी सरकार दे सकती है, ईमानदार सरकार दे सकती है। तो केवल 4 महीने रह गए हैं। 4 महीने के बाद जब चुनाव होंगे तो उसके बाद आम आदमी पार्टी पंजाब को एक स्थिर और ईमानदार सरकार देगी। आपका जो प्रश्न था कि नए मुख्यमंत्री के लिए मेरा क्या संदेश है, चन्नी साहब को मुख्यमंत्री बनने पे मैं बधाई देना चाहता हूं और शुभकामनाएं देना चाहता हूं। हम तो चाहते हैं कि पंजाब का विकास हो, पंजाब प्रगति के पथ पे आगे बढ़े। चन्नी साहब को मैं कहना चाहता हूं कि पंजाब के लोग सबसे पहले 5 चीज़ें मांग रहे हैं। इन 5 चीज़ों पे वो तुरंत कार्रवाई करें। नंबर 1, आरोप लग रहे हैं कि उन्होंने अपने मंत्रिमंडल में दागी लोगों को शामिल किया। आरोप लग रहे हैं कि उन्होंने दागी अफसरों को अच्छी इम्पोर्टेंट पोस्टों पे बैठाया है।
मैं उनसे निवेदन करूंगा कि जितने दागी मंत्री हैं, जितने दागी विधायक हैं और ये जितने दागी अफसर हैं, इनको तुरंत हटाया जाए, इनके खिलाफ पर्चे किए जाएं और इन पर सख्त से सख्त कार्रवाई की जाए। ये पहली चीज़ पंजाब के लोग मांग करते हैं। एक मिनट दूसरी चीज़, बरगाड़ी कांड को लेके पूरे पंजाब की जनता बहुत नाराज़ है।